तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तोपै स्वामी। मानस की गत एही। जो हमरी बिद होती मेरा सतगुरा। साबिद तुम हर जानो हो आपे। हम रुलते फिरते कोई बात ना पूछता। गुर सतगुर संग कीरे हम थापे। धन धन गुरु नानक जिन केरा। जित मिलै चुके सब सोग संतापे। श्री हर कृष्ण ध्याइयै। जिस डिठै सब दुख जाए। तेग बहादुर सिमरियै कर नाम नित आवे ताए। सब थाई होए सहाय। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੇਸ਼ ਅਤੇ ਵਿਦੇਸ਼ ਦੇ ਅੰਦਰ ਜੁੜ ਬੈਠ ਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮਨੁੱਖਤਾ ਦੇ ਰਾਖੇ ਸਤਿਗੁਰਾਂ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਆਪ ਸੰਗਤ ਰੋਜ਼ਾਨਾ ਹੀ ਸਤਿਗੁਰ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜ ਕੇ ਬੈਠਦੇ ਹੋ। ਗੁਰਮਤਿ ਵਿਚਾਰਾਂ ਇਤਿਹਾਸ ਦੀ ਸਾਂਝ ਆਰੰਭ ਕਰੀਏ। ਆਓ ਸਭ ਤੋਂ ਪਹਿਲਾਂ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣਾ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਆਸੀਸ ਫਤਿਹ ਦੇ ਵਿੱਚ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪਾਂ ਸਰਵਣ ਕੀਤਾ ਕਿ ਜਿਸ ਵੇਲੇ ਸਤਿਗੁਰ ਮਹਾਰਾਜ ਪ੍ਰਯਾਗਰਾਜ ਦੇ ਅੰਦਰ ਜਾਂਦੇ ਨੇ ਤੇ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਆਪਣੀ ਕਥਾ ਦੇ ਅੰਦਰ ਵੀ ਇਹਨਾਂ ਨੇ ਜ਼ਿਕਰ ਕੀਤਾ ਕਿ ਇਹ ਉਹ ਧਰਤੀ ਹੈ ਜਿੱਥੇ ਸਾਡਾ ਮਾਤਾ ਦੇ ਉਦਰ ਦੇ ਵਿੱਚ ਪ੍ਰਕਾਸ਼ ਹੋਇਆ।
ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਇਹ ਤਹੀਂ ਪ੍ਰਕਾਸ਼ ਦੇ ਭਾਵ ਸੀ ਕਿ ਜਿਸ ਜਗ੍ਹਾ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਦੇ ਉਦਰ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਟਿਕਾਓ ਕੀਤਾ। ਮਾਤਾ ਗੁਜਰੀ ਦੀ ਕੁੱਖ ਨੂੰ ਜਿਸ ਜਗ੍ਹਾ ਦੇ ਉੱਤੇ ਭਾਗ ਲੱਗੇ ਨੇ, ਇਹ ਉਹ ਧਰਤੀ ਹੈ ਪ੍ਰਯਾਗ ਦੀ। ਸਤਿਗੁਰ ਮਹਾਰਾਜ ਪਾਤਸ਼ਾਹ ਆਪਣੀ ਜੀਵਨ ਕਥਾ ਦੇ ਵਿੱਚ ਮਹਾਰਾਜ ਲਿਖਦੇ ਨੇ ਕਿ ਠਾੜ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ। ਪੰਥ ਚੱਲੇਗਾ ਜ਼ਰੂਰ, ਪਰ ਸਤਿਗੁਰ ਮਹਾਰਾਜ ਪਾਤਸ਼ਾਹ ਜਬ ਤੁਮ ਹੋ ਸਹਾਏ। ਇਹਦੇ ਅੱਖਰੀ ਅਰਥ ਵਿਦਵਾਨ ਕਰਦੇ ਨੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਨੂੰ ਅਕਾਲ ਪੁਰਖ ਨੇ ਆਪਣੀ ਗੋਦ ਵਿੱਚ ਬਿਠਾਉਣਾ ਕੀਤਾ, ਔਰ ਗੋਦ ਦੇ ਵਿੱਚ ਬਿਠਾ ਕਰਕੇ ਇਹ ਬਚਨ ਕਹੇ ਸੀ ਕਿ ਮੈਂ ਆਪਣਾ ਸੁਤ ਤੋਹੇ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਜਾਣਿਆ। ਤੇ ਨਾਲ ਹੀ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਮੈਨੂੰ ਅਕਾਲ ਪੁਰਖ ਵੱਲੋਂ ਇਹ ਹੁਕਮ ਹੋਇਆ ਕਿ ਪੰਥ ਪ੍ਰਚੁਰ ਕਰਬੇ ਕਹੁ ਸਾਜਾ, ਕਿ ਆਪ ਜਗਤ ਦੇ ਵਿੱਚ ਆਵੋ ਤੇ ਜਗਤ ਵਿੱਚ ਜਾ ਕਰਕੇ ਪੰਥ ਦਾ ਪ੍ਰਚਾਰ ਕਰਨਾ ਕਰੋ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਬਚਨ ਕਰਦੇ ਨੇ, ਮਹਾਰਾਜ ਆਖਦੇ ਨੇ ਕਿ ਜਹਾਂ ਕਹਾਂ ਤੁਮ ਪੰਥ ਚਲਾਵੋ, ਕੋ ਬੁੱਧ ਕਰਨ ਤੇ ਲੋਕ ਹਟਾਵੋ। ਕਿ ਲੋਕ ਜਿਹੜੇ ਨੇ ਜਹਾਂ ਤਹਾਂ ਤੁਮ ਧਰਮ ਚਲਾਵੋ, ਕਿ ਹਰ ਥਾਂ ਤੇ ਜਾਵੋ, ਹਰ ਜਗ੍ਹਾ ਦੇ ਉੱਪਰ ਧਰਮ ਦਾ ਪ੍ਰਸਾਰ ਹੋਵੇ। ਜਿੱਥੇ ਲੋਕ ਕਬੁੱਧ ਕਰਦੇ ਪਏ ਨੇ, ਜਿੱਥੇ ਲੋਕ ਭੈੜੀਆਂ ਰੀਤਾਂ ਵਿੱਚ ਫਸੇ ਨੇ, ਕਬੁੱਧ ਕਰਨ ਤੇ ਲੋਕ ਹਟਾਵੋ। ਤੇ ਸਤਿਗੁਰ ਮਹਾਰਾਜ ਪਾਤਸ਼ਾਹ ਹੱਥ ਜੋੜ ਕੇ ਆਖਿਆ ਸੀ ਕਿ ਹੇ ਅਕਾਲ ਪੁਰਖ ਵਾਹਿਗੁਰੂ, ਠਾੜ ਭਇਓ। ਠਾੜ ਦੇ ਅਰਥ ਨੇ ਕਿ ਖੜੇ ਹੋ ਕਰਕੇ। ਕਹਿੰਦੇ ਮੈਂ ਗੋਦ ਦੇ ਵਿੱਚੋਂ ਬੈਠਿਆਂ ਹੋਇਆਂ ਨੇ ਖੜੇ ਹੋ ਕੇ ਅਕਾਲ ਪੁਰਖ ਅੱਗੇ ਹੱਥ ਜੋੜੇ ਤੇ ਹੱਥ ਜੋੜ ਕੇ ਬੇਨਤੀ ਕੀਤੀ, ਠਾੜ ਭਇਓ ਮੈਂ ਜੋਰ ਕਰ। ਖੜੇ ਹੋ ਕੇ ਹੱਥ ਜੋੜ ਕੇ, ਜੋੜ ਕਰ ਤੋਂ ਭਾਵ ਕੇ ਹੱਥ ਜੋੜੇ, ਕਰ ਹੱਥ ਕਹਿੰਦੇ ਨੇ। ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੇ ਜਬ ਤੁਮ ਹੋ ਸਹਾਏ। ਸਤਿਗੁਰ ਮਹਾਰਾਜ ਕਹਿੰਦੇ ਨੇ ਪੰਥ ਚੱਲੇਗਾ ਜ਼ਰੂਰ, ਪਰ ਹੇ ਵਾਹਿਗੁਰੂ ਜੇਕਰ ਆਪ ਕਿਰਪਾ ਕਰੋਗੇ ਤਾਂ ਪੰਥ ਜਿਹੜਾ ਚੱਲ ਸਕਦਾ ਹੈ। ਹੁਣ ਕਈ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਖਰਾ ਜਿਹੜਾ ਸੀ ਉਹ ਪੰਥ ਚਲਾਉਣਾ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕੋਈ ਵੱਖਰਾ ਪੰਥ ਨਹੀਂ, ਸਗੋਂ ਗੁਰੂ ਨਾਨਕ ਦੇਵ ਮਹਾਰਾਜ ਜਿਸ ਪੰਥ ਦੀ ਗੱਲ ਕਰਦੇ ਨੇ ਕਿ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸੁਮੇਰ ਪਰਬਤ 'ਤੇ ਗਏ, ਮਹਾਰਾਜ ਜੀ ਦੀ 3 ਜਗ੍ਹਾ 'ਤੇ ਗੋਸ਼ਟ ਹੁੰਦੀ ਹੈ। ਸਤਿਗੁਰ ਮਹਾਰਾਜ ਸੁਮੇਰ ਪਰਬਤ 'ਤੇ, ਨਾਨਕ ਮਤੇ ਜਿਹੜਾ ਪਹਿਲੋਂ ਗੋਰਖ ਮਤਾ, ਤੇ ਇੱਕ ਹੈਗੀ ਅਖੀਰਲੀ ਗੋਸ਼ਟ ਹੈ ਉਹ ਅਚਲ ਬਟਾਲੇ ਦੀ ਧਰਤੀ ਹੈ। ਬਟਾਲੇ ਦੀ ਧਰਤੀ ਦੇ ਉੱਤੇ ਸਤਿਗੁਰ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਸ਼ਿਵਰਾਤ ਦਾ ਮੇਲਾ ਤੇ ਸਿੱਧ ਉੱਥੇ ਵੀ ਚੱਲ ਕੇ ਆਏ ਤੇ ਉਹਨਾਂ ਨੇ ਗੋਸ਼ਟ ਕਰਨਾ ਕੀਤੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਸਿੱਧਾਂ ਦੇ ਕੋਲ ਸੁਮੇਰ ਪਰਬਤ 'ਤੇ ਜਾਂਦੇ ਨੇ ਤੇ ਬੜੇ ਬੜੇ ਉਮਰਾਂ ਵਾਲੇ ਜੋਗੀ ਉੱਥੇ ਬੈਠੇ ਨੇ। ਵਿਦਵਾਨ ਲਿਖਦੇ ਨੇ ਕਿ ਕਿਸੇ ਦੀ ਉਮਰ ਉਸ ਵੇਲੇ 200, 500, 700, 800 ਸਾਲ ਵਾਲੇ ਜੋਗੀ ਉੱਥੇ ਬੈਠੇ ਹੋਏ ਨੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਭਰ ਜਵਾਨੀ ਦੇ ਵਿੱਚ ਗਏ ਤੇ ਸਿੱਧ ਇਸ ਗੱਲ ਤੋਂ ਹੈਰਾਨ ਸੀ ਕਿ ਅਸੀਂ ਬਹੁਤ ਪਹਿਲਾਂ ਤਪ ਕਰਦੇ ਹਾਂ, ਕਈ ਸਿੱਧੀਆਂ ਪ੍ਰਾਪਤ ਕਰਦੇ ਹਾਂ ਤੇ ਫਿਰ ਇਸ ਜਗ੍ਹਾ 'ਤੇ ਆ ਸਕਦੇ ਸੀ, ਫਿਰ ਇੱਥੋਂ ਤੱਕ ਪਹੁੰਚੇ ਹਾਂ। ਪਰ ਇਹ ਨਿਆਣੀ ਦੀ ਉਮਰ ਦਾ ਬਾਲਕ, ਨੌਜਵਾਨ ਉਮਰ ਦਾ ਬਾਲਕ ਜਿਹੜਾ ਹੈ ਉਹ ਇੱਥੋਂ ਸੁਮੇਰ ਪਰਬਤ 'ਤੇ ਪਹੁੰਚ ਜਾਣਾ, ਇਹ ਬੜੀ ਵੱਡੀ ਹੈਰਾਨੀ ਪੈਦਾ ਕਰਦੀ ਸੀ। ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਕਿ ਕੌਣ ਸਖਤ ਤੋਹੇ ਇੱਥੇ ਲਿਆਈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਕਿਹਾ ਸੀ ਕਿ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਨਾਮ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਸਾਡੇ ਵਿੱਚ ਹੋਰ ਕੋਈ ਕਰਾਮਾਤ, ਹੋਰ ਕੋਈ ਓਟ ਆਸਰਾ ਨਹੀਂ। ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੇਂ ਬਾਲਾ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਕਿ ਸਿੱਧਾਂ ਨੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਕਿ ਇਹ ਬਾਲਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਲਾ ਕਹਿੰਦੇ ਸੀ। ਬਾਲਾ ਤੋਂ ਭਾਵ ਕਿ ਬਾਲਕ, ਕਿਉਂਕਿ ਉਮਰਾਂ ਕਰਕੇ ਬਹੁਤ ਵੱਡਾ ਫਰਕ ਹੈ।
ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੇਂ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ। ਕਿ ਐਵੇਂ ਦਾ ਜੇਕਰ ਜੋਗੀ ਬਣ ਜਾਏ ਨਾ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਹਨਾਂ ਨੇ ਸਵਾਲ ਕਰਨਾ ਤੇ ਮਹਾਰਾਜ ਨੇ ਝੱਟ ਉਹਦਾ ਉੱਤਰ ਦੇ ਦੇਣਾ। ਨਿਰੁੱਤਰ ਕਰਦੇ ਗਏ। ਇੰਨੇ ਸਿਆਣੇ ਸਿਆਣੇ ਉਸ ਵੇਲੇ ਦੇ ਜੋਗੀ ਬੈਠੇ ਨੇ ਤੇ ਸਤਿਗੁਰੂ ਮਹਾਰਾਜ ਹਰ ਇੱਕ ਨੂੰ ਨਿਰੁੱਤਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਫਿਰ ਉਹਨਾਂ ਨੇ ਸੋਚਿਆ, ਸਲਾਹ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਵ ਦਰਸ਼ਨ ਇਹ ਲੇਵੇ ਬਾਲਾ। ਦਰਸ਼ਨ ਤੋਂ ਭਾਵ ਹੁੰਦਾ ਸੀ ਕਿ ਭਿੱਖਿਆ, ਇਹ ਸਾਡੀ ਸਿੱਖਿਆ ਜਾਂ ਸਾਡਾ ਚੇਲਾ ਕਿਹੜੇ ਤਰੀਕੇ ਨਾਲ ਬਣ ਜਾਏ। ਕਿਵ ਦਰਸ਼ਨ ਇਹ ਲੇਵੇ ਬਾਲਾ, ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈਵਨ ਉੱਠ ਚਾਲਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਾ ਖੱਪਰ ਦਿੰਦੇ ਨੇ ਤੇ ਨਾਥ ਜੀ ਖੱਪਰ ਦੇ ਕੇ ਸਤਿਗੁਰੂ ਮਹਾਰਾਜ ਜੀ ਨੂੰ ਕਿਹਾ, ਕਹਿਣ ਲੱਗੇ ਕਿ ਸਾਹਮਣੇ ਤਲਾਬ ਹੈ ਤੇ ਉਸ ਤਲਾਬ ਤੋਂ ਪਾਣੀ ਭਰ ਕੇ ਲੈ ਕੇ ਆਓਗੇ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿ ਹਾਂ ਜ਼ਰੂਰ ਭਰ ਕੇ ਲੈ ਕੇ ਆਵਾਂਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਲਾਬ ਦੇ ਉੱਤੇ ਜਾਂਦੇ ਆ। ਤਲਾਬ ਦੇ ਉੱਤੇ ਗਏ ਤੇ ਉੱਥੇ ਅਸਲ 'ਚ ਉਹਨਾਂ ਨੇ ਕਰਾਮਾਤ ਦਿਖਾਉਣੀ ਚਾਹੀ ਕਿ ਜਿਹੜੇ ਸੰਸਾਰੀ ਦੁਨਿਆਵੀ ਜਾਂ ਸਮਾਜ ਦੇ ਲੋਕ ਸਨ, ਜਿਹੜੇ ਕਰਾਮਾਤਾਂ ਇਹੋ ਜਿਹੀਆਂ ਦੇਖ ਕੇ ਤੇ ਇਹਨਾਂ ਸਿੱਧਾਂ ਦੇ ਪਿੱਛੇ ਲੱਗ ਉੱਠਦੇ ਸਨ। ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵਾਹਰ ਲਾਲਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਉਹ ਤਲਾਬ ਦੇ ਕੰਢੇ ਤੇ ਆਉਂਦੇ ਆ ਤੇ ਸਤਿਗੁਰੂ ਮਹਾਰਾਜ ਜੀ ਨੇ ਦੇਖਿਆ ਕਿ ਉੱਥੇ ਪਾਣੀ ਕੋਈ ਨਹੀਂ, ਉੱਥੇ ਤਾਂ ਉਹ ਸਮੁੱਚਾ ਜਿਹੜਾ ਸਾਰੇ ਦਾ ਸਾਰਾ ਤਲਾਬ ਹੈ ਉਹ ਤੇ ਹੀਰੇ ਮੋਤੀਆਂ ਦੇ ਨਾਲ ਭਰਿਆ ਹੈ। ਡਿੱਠੇ ਰਤਨ ਜਵਾਹਰ ਲਾਲਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹ ਉਹਨਾਂ ਦਾ ਕੌਲਾ, ਉਹਨਾਂ ਦਾ ਬਾਟਾ ਲੈ ਕਰਕੇ, ਕਾਸਾ ਲੈ ਕਰਕੇ ਵਾਪਸ ਗਏ। ਸਤਿਗੁਰੂ ਮਹਾਰਾਜ ਜੀ ਨੇ ਜਾ ਕੇ ਕਿਹਾ, ਨਾਥ ਜੀ ਉੱਥੇ ਪਾਣੀ ਕੋਈ ਨਹੀਂ। ਖੱਪਰ ਅੱਗੇ ਰੱਖ ਦਿੱਤਾ। ਹੁਣ ਨਾਥ ਨੇ ਸਵਾਲ ਕੀਤਾ ਸੀ, ਕਹਿਣ ਲੱਗੇ ਕਿ ਦੇਖੋ ਉੱਥੇ ਜੇ ਪਾਣੀ ਨਹੀਂ ਸੀ ਤੇ ਕੁਝ ਹੋਰ ਤਾਂ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਮੈਂ ਮਿੱਥ ਕੇ ਗਿਆ ਸੀ ਕਿ ਮੈਂ ਉੱਥੋਂ ਪਾਣੀ ਲੈਣ ਵਾਸਤੇ ਜਾਣਾ। ਜੇ ਉੱਥੇ ਪਾਣੀ ਨਹੀਂ ਸੀ, ਇਹਦਾ ਮਤਲਬ ਕਿ ਮੈਂ ਹੋਰ ਕੁਝ ਦੇਖਣ ਦਾ ਤੇ ਭਾਵ ਹੀ ਕੋਈ ਨਹੀਂ ਪੈਦਾ ਹੁੰਦਾ। ਕਹਿੰਦੇ ਉੱਥੇ ਤੁਸੀਂ ਕੁਛ ਨਹੀਂ ਦੇਖਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਜੋ ਕੁਝ ਤੁਸੀਂ ਮੈਨੂੰ ਦਿਖਾ ਕੇ ਤੇ ਮੇਰੇ ਮਨ ਨੂੰ ਭਟਕਾਉਣ ਦੀ ਯਤਨ ਕਰਦੇ ਪਏ ਹੋ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਨਾਂ ਚੀਜ਼ਾਂ ਦਾ ਮੇਰੇ ਮਨ ਦੇ ਉੱਤੇ ਕੋਈ ਅਸਰ ਨਹੀਂ। ਇਹ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੇ ਮਨ 'ਤੇ ਤਾਂ ਇਹਨਾਂ ਚੀਜ਼ਾਂ ਦਾ ਅਸਰ ਹੋ ਸਕਦਾ ਹੈ ਕਿ ਆਹ ਧਨ ਮਿਲ ਗਿਆ, ਦੌਲਤ ਮਿਲ ਗਈ, ਹੀਰੇ ਰਤਨ ਜਵਾਹਰ ਮਾਨਕ ਮਿਲ ਜਾਵਨ, ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਮਨ 'ਤੇ ਇਹਨਾਂ ਦਾ ਕੋਈ ਅਸਰ ਨਹੀਂ। ਫਿਰ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਹੁਣ ਸਿੱਧਾਂ ਨੇ ਯਤਨ ਬਹੁਤ ਕੀਤੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਾਨਕ ਜਿਹੜੇ ਨੇ ਉਹ ਸਾਡੇ ਪੰਥ ਦੇ ਵਿੱਚ ਸ਼ਾਮਲ ਹੋ ਜਾਣ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਨੂੰ ਯਤਨ ਕੀਤਾ ਕਿਹਾ ਕਿ ਆਈ ਪੰਥੀ ਸਭ ਤੋਂ ਜਿਹੜਾ ਉੱਚਾ ਤੇ ਸ੍ਰੇਸ਼ਟ ਪੰਥ ਹੈ, ਉਸ ਦੇ ਵਿੱਚ ਤੁਹਾਨੂੰ ਉਹਦੀ ਦਿਖਿਆ ਦਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹ ਵੀ ਕਿਹਾ ਕਿ ਤੁਹਾਡਾ ਧਰਮ ਕੀ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਸੀ ਕਿ ਮੇਰਾ ਧਰਮ ਹੈ ਕਿ ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੋ ਉੱਥੇ ਕੌਤਕ ਵਰਤਾਇਆ, ਜੇ ਕੋਈ ਹੋਰ ਹੁੰਦਾ ਤੇ ਪ੍ਰਭਾਵਿਤ ਹੁੰਦਾ, ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਦਾ ਪੰਥ ਨਿਰਮਲ ਰਿਹਾ, ਉਹ ਵਿੱਚ ਨਹੀਂ ਮਿਲਿਆ ਕਿਸੇ ਦੇ। ਕੀ ਤੋਸ ਆਪਣਾ ਪੰਥ ਨਿਰਾਲਾ, ਬਿਲਕੁਲ ਨਿਰਲੇਪ ਸਤਿਗੁਰੂ ਮਹਾਰਾਜ ਜੀ ਨੇ ਰੱਖਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿਸ ਪੰਥ ਨੂੰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਚਲਾਉਂਦੇ ਪਏ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜਦ ਮੈਂ ਅਕਾਲ ਪੁਰਖ ਦੀ ਗੋਦ ਵਿੱਚ ਗਿਆ ਤੇ ਕਹਿੰਦੇ ਅਕਾਲ ਪੁਰਖ ਨੇ ਮੈਨੂੰ ਆਪਣੀ ਗੋਦ ਵਿੱਚ ਬਿਠਾ ਕਰਕੇ ਇਹ ਬਚਨ ਕਹੇ ਸੀ ਕਿ ਪੰਥ ਪ੍ਰਚੂਰ ਕਰਬੇ ਕੋ ਸਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾਇਆ, ਜਾ ਕਰਕੇ ਮੇਰੇ ਪੰਥ ਦਾ, ਮੇਰੇ ਨਾਮ ਦਾ ਧਰਤੀ ਤੇ ਪ੍ਰਚਾਰ ਕਰੋ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਕਿ ਮੈਂ ਬੇਨਤੀ ਵਾਹਿਗੁਰੂ ਨੂੰ ਕੀਤੀ ਕਿ ਹੇ ਅਕਾਲ ਪੁਰਖ, ਮੇਰੀ ਤਾਂ ਸੁਰਤ ਜਿਹੜੀ ਹੈ ਉਹ ਤੇਰੇ ਚਰਨਾਂ ਦੇ ਵਿੱਚ ਖੁੱਭੀ ਹੋਈ ਹੈ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਚਿਤ ਨਾ ਭਇਓ ਹਮਰੋ ਆਵਨ ਕੋ। ਮਹਾਰਾਜ ਕਹਿੰਦੇ ਨੇ ਕਿ ਮੇਰਾ ਮਨ ਨਹੀਂ ਸੀ ਕਰਦਾ, ਕਿਉਂਕਿ ਸੁਰਤੀ ਕਰਕੇ ਮੈਂ ਟਿਕਿਆ ਹੋਇਆ ਸਾਂ।
ਮੈਂ ਸੁਰਤੀ ਕਰਕੇ ਪਰਮਾਤਮਾ ਦੇ ਚਰਨਾਂ 'ਚ ਜੁੜਿਆ ਸੀ। ਇਹ ਸੁਰਤੀ ਮੈਨੂੰ ਕਿਸੇ ਪਾਸੇ ਜਾਣ ਨਹੀਂ ਸੀ ਦਿੰਦੀ। ਚਿੱਤ ਨਾ ਪਇਓ ਹਮਰੋ ਆਵਨ ਕੋ, ਮੇਰਾ ਮਨ ਨਹੀਂ ਸੀ ਕਰਦਾ ਕਿ ਮੈਂ ਫਿਰ ਦੁਬਾਰਾ ਸੰਸਾਰ ਦੇ ਵਿੱਚ ਆਵਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਫਿਰ ਕਹਿੰਦੇ, ਪਰਮਾਤਮਾ ਨੇ ਉੱਥੇ ਬੜੀ ਲੰਮੀ ਚੌੜੀ ਜਿਹੜੀ ਕਥਾ ਸਤਿਗੁਰੂ ਮਹਾਰਾਜ ਆਪਣੇ ਜੀਵਨ ਦੀ ਲਿਖਦੇ ਨੇ ਕਿ ਮੈਨੂੰ ਰੱਬ ਜੀ ਨੇ ਕਿਹਾ ਕਿ ਇੱਥੇ ਮੈਂ ਬਹੁਤ ਸਾਰਿਆਂ ਨੂੰ ਭੇਜਿਆ, ਜਿਹਨੂੰ ਵੀ ਭੇਜਿਆ ਉਹਨੇ ਆਪਣਾ ਹੀ ਪੰਥ ਚਲਾਇਆ, ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਸਾਰਿਆਂ ਨੇ ਆਪਣੇ ਆਪਣੇ ਰਾਹ ਤੋਰਨੇ ਸ਼ੁਰੂ ਕਰ ਦਿੱਤੇ। ਜਿਹੜਾ ਅਸਲ 'ਚ ਰੱਬ ਦਾ ਰਾਹ ਸੀ ਉਹ ਸਾਰੇ ਹੀ ਭੁੱਲ ਗਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਕਰਕੇ ਪਰਮਾਤਮਾ ਮੈਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਦੂਸਰੇ ਪਾਸੇ ਮੇਰੇ ਮਾਂ ਮੇਰੇ ਪਿਤਾ ਉਹ ਪ੍ਰਯਾਗ ਰਾਗ ਦੇ ਅਸਥਾਨ 'ਤੇ ਨੇ। ਪ੍ਰਯਾਗ ਦੇ ਅਸਥਾਨ ਦੇ ਉੱਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਦਾ, ਤਿੰਨ ਪ੍ਰਭ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਮੇਰੀ ਮਾਂ ਮੇਰੇ ਪਿਤਾ ਨੇ ਬਹੁਤ ਸਾਰਾ ਤਪ ਕੀਤਾ। 26 ਸਾਲ 9 ਮਹੀਨੇ 13 ਦਿਨ ਦੇ ਤਪ ਦਾ ਅਸੀਂ ਜ਼ਿਕਰ ਕਰਦੇ ਹਾਂ ਨਾ ਕਿ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਤਪ ਕੀਤਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਕੱਲੇ ਪਿਤਾ ਨੇ ਨਹੀਂ ਕੀਤਾ, ਮੇਰੀ ਮਾਂ ਨੇ ਵੀ ਉਨਾ ਹੀ ਤਪ ਕੀਤਾ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਦਾ, ਤਿੰਨ ਪ੍ਰਭ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਜਿਉਂ ਜਿਉਂ ਉਹਨਾਂ ਰੱਬ ਦੀ ਪਰਮਾਤਮਾ ਅਕਾਲ ਪੁਰਖ ਦੀ ਭਜਨ ਸੇਵਾ ਬੰਦਗੀ ਕੀਤੀ, ਕਹਿੰਦੇ ਪ੍ਰਸੰਨ ਹੋ ਕਰਕੇ ਪਰਮਾਤਮਾ ਨੇ ਸਾਨੂੰ ਇਹਨਾਂ ਦੇ ਗ੍ਰਹਿ ਵਿਖੇ ਇਹਨਾਂ ਦਾ ਪੁੱਤਰ ਬਣਾ ਕਰਕੇ ਭੇਜਣਾ ਕੀਤਾ। ਜਿਸ ਦਿਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕੁੱਖ ਦੇ ਵਿੱਚ ਆ ਕੇ ਟਿਕਦੇ ਆ, ਤਹੀਂ ਪ੍ਰਕਾਸ਼ ਹਮਾਰਾ ਭਇਓ। ਇਸ ਜਗ੍ਹਾ ਪ੍ਰਯਾਗ ਦੇ ਅਸਥਾਨ 'ਤੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਅੱਗੇ ਜਾ ਕੇ ਪਟਨਾ ਸ਼ਹਿਰ ਵਿਖੇ ਪਵ ਲਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਇੱਥੇ ਪ੍ਰਕਾਸ਼ ਹੋ ਰਿਹਾ ਹੈ ਤੇ ਪ੍ਰਗਟ ਜਿਹੜਾ ਹੈ ਉਹ ਪਟਨੇ ਦੀ ਧਰਤੀ 'ਤੇ ਜਾ ਕੇ ਹੋਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਮੁੱਚੀ ਜੀਵਨ ਕਥਾ ਦਾਸ ਵੱਲੋਂ ਪਹਿਲਾਂ ਵੀ ਕੀਤੀ ਗਈ। ਦਾਸ ਦੇ YouTube ਚੈਨਲ ਦੇ ਉੱਪਰ ਗਿਆਨੀ ਅਮਰਿੰਦਰ ਸਿੰਘ ਅੰਮ੍ਰਿਤਸਰ ਲਿਖ ਕੇ ਆਪ ਜੀ ਸਰਚ ਕਰਕੇ ਸੁਣ ਸਕਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਬਚਨ ਕਹੇ, ਔਰ ਦੂਸਰੇ ਪਾਸੇ ਜਦੋਂ ਮਾਤਾ ਨਾਨਕੀ ਜਿਹੜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਨੇ, ਮਾਤਾ ਨਾਨਕੀ ਜੀ ਨੂੰ ਇਹ ਖਬਰ ਮਿਲਦੀ ਹੈ ਕਿ ਮੇਰੇ ਘਰ ਦੇ ਵਿੱਚ ਪੋਤਰੇ ਨੇ ਆਉਣਾ ਹੈ, ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਹੇ ਬਚਨ ਯਾਦ ਆਉਂਦੇ ਨੇ। ਤੁਮਰੇ ਸੁਤ ਨਿਜ ਨੈਣਨ ਦੇਖੋ, ਕਰ ਦਇਆ ਦੀਜੇ ਫਲ ਜਨਮ ਬਸੇਖੋਂ, ਕਿ ਤੇਰੇ ਘਰ ਦੇ ਵਿੱਚ ਇੱਕ ਮਹਾਬਲੀ ਪੋਤਰੇ ਨੇ ਜਨਮ ਲੈਣਾ ਹੈ। ਤੇਰੇ ਘਰ ਦੇ ਵਿੱਚ ਨਾਨਕੀ ਐਸਾ ਪ੍ਰਤਾਪੀ ਪੁੱਤਰ ਆਵੇਗਾ ਜਿੰਦਾ ਸਾਨੀ ਸੰਸਾਰ ਦੇ ਉੱਤੇ ਕੋਈ ਨਹੀਂ ਹੋਵੇਗਾ, ਜਿੰਦੇ ਵਰਗਾ ਸੰਸਾਰ 'ਤੇ ਕੋਈ ਉਹਦੀ ਬਰਾਬਰੀ ਨਹੀਂ ਕਰ ਸਕੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਯਾਦ ਆਉਂਦੇ ਨੇ ਕਿ ਜਿਸ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਾਤਾ ਨਾਨਕੀ ਨੂੰ, ਜਦੋਂ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਪੁੱਤਰ ਤੇਗ ਬਹਾਦਰ ਵਾਸਤੇ ਕੁਝ ਬਖਸ਼ਿਸ਼ ਕਰੋ, ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਦੋਂ ਬਚਨ ਕਹੇ ਸੀ ਕਿ ਨਾਨਕੀ ਝੋਲੀ ਕਰੋ। ਝੋਲੀ ਕੀਤੀ ਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਰੁਮਾਲ, ਕਟਾਰ ਤੇ ਬਾਣੀ ਦੀ ਪੋਥੀ ਪਾਈ ਸੀ। ਕਿਹਾ ਸੀ ਕਿ ਰੁਮਾਲ ਮੇਰੇ ਪੁੱਤਰ ਨੂੰ ਦੇਣਾ, ਇਹ ਪੋਥੀ ਮੇਰੀ ਨੂੰਹ ਨੂੰ ਦੇਣਾ, ਉਹਨੂੰ ਕਹਿਣਾ ਬਾਣੀ ਦਾ ਜਾਪ ਕਰੇ ਇਹਦੇ ਉੱਪਰੋਂ, ਤੇ ਇਹ ਕਟਾਰ ਮੇਰੇ ਪੋਤਰੀ ਨੂੰ ਦੇਣਾ, ਉਹਦੇ ਵਰਗਾ ਮਹਾਬਲੀ ਤੇ ਪ੍ਰਤਾਪੀ ਸੰਸਾਰ ਦੇ ਵਿੱਚ ਕੋਈ ਨਹੀਂ ਹੋਵੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਜਦੋਂ ਯਾਦ ਕੀਤੇ ਮਾਤਾ ਨਾਨਕੀ ਜੀ ਨੇ, ਇਤਿਹਾਸ ਕਹਿੰਦਾ ਹੈ ਕਿ ਉਸ ਵੇਲੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ। 9 ਗੁਰੂ ਸਾਹਿਬਾਨ ਜੋਤ ਸਰੂਪ ਕਰਕੇ ਸੰਸਾਰ ਦੇ ਵਿੱਚ ਆਏ। 9ਵੇਂ ਸਰੂਪ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ 9ਵੇਂ ਸਰੂਪ ਬਿਰਾਜਮਾਨ ਸਨ। ਮਾਤਾ ਜੀ ਮਾਤਾ ਨਾਨਕੀ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਨ ਤੋਂ ਉਪਰੰਤ 9 ਗੁਰੂ ਸਾਹਿਬਾਨਾਂ ਦਾ ਬਿਲਕੁਲ ਨਾਮ ਲੈ ਕਰਕੇ ਅਰਦਾਸ ਕੀਤੀ, ਤੇ ਅਰਦਾਸ ਕੀ ਕਰਦੇ ਨੇ ਕਿ ਹੇ ਅਕਾਲ ਪੁਰਖ, ਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਸਾਡੇ ਘਰ ਦੇ ਵਿੱਚ ਉਹ ਪ੍ਰਗਟ ਹੋਵੇ ਜਿਹੜੇ ਤੇਰੇ ਪੰਥ ਦਾ ਪ੍ਰਚਾਰ ਕਰ ਸਕੇ, ਤੇਰੇ ਪੰਥ ਦੀ ਗੱਲ ਕਰ ਸਕੇ। ਦੇਖੋ ਸਤਿਗੁਰੂ ਮਹਾਰਾਜ ਕਿੰਨਾ ਕੁਛ ਆਪਣੇ ਇਤਿਹਾਸ ਦੇ ਵਿੱਚੋਂ ਸਾਡੇ ਜੀਵਨ ਦੇ ਵਾਸਤੇ ਦੇ ਕੇ ਜਾਂਦੇ ਨੇ।
ਅਸੀਂ ਸੰਸਾਰੀ ਆ, ਸਮਾਜਿਕ ਆ, ਪਰਿਵਾਰਾਂ ਵਾਲੇ ਆ, ਤੇ ਜਦੋਂ ਵੀ ਸਾਡੇ ਘਰ ਦੇ ਵਿੱਚ ਗੁਰੂ ਦੀ ਕਿਤੇ ਕਿਰਪਾ ਵਾਪਰਦੀ, ਗੁਰੂ ਦੀ ਬਖਸ਼ਿਸ਼ ਹੁੰਦੀ ਏ, ਘਰ ਦੇ ਵਿੱਚ ਧੀ ਨੂੰ ਮਹਾਰਾਜ ਕਿਰਪਾ ਕਰੇ, ਭਾਗ ਲਾਵੇ ਕੁੱਖ ਨੂੰ। ਜਿਵੇਂ ਮਾਤਾ ਨਾਨਕੀ ਜੀ ਦੇਗ ਕਰਦੇ ਨੇ, ਪ੍ਰਸ਼ਾਦ ਕਰਦੇ ਨੇ ਤੇ ਅਰਦਾਸ ਕਰਦੇ ਨੇ ਕਿ ਹੇ ਅਕਾਲ ਪੁਰਖ, ਹੇ ਗੁਰੂ ਨਾਨਕ ਤੇ ਮਹਾਰਾਜ ਸਾਡੇ ਘਰ ਦੇ ਵਿੱਚ ਉਹ ਭੇਜੀ ਜਿਹੜਾ ਸਿੱਖੀ ਦੀ ਗੱਲ ਕਰਨ ਵਾਲਾ ਹੋਵੇ। ਅੱਜ ਅਸੀਂ ਵੀ ਅਰਦਾਸ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਦੀ ਦੇਗ ਲੈ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਹੱਥ ਜੋੜ ਕੇ ਆਖੀ, ਸਤਿਗੁਰੂ ਕਿਰਪਾ ਕਰੀ, ਤੂੰ ਕਿਰਪਾ ਕੀਤੀ ਭਾਗ ਲਾਏ ਕੁੱਖ ਨੂੰ। ਇੱਕ ਕਿਰਪਾ ਕਰੀ ਕਿ ਸਿੱਖ ਉਹ ਭੇਜੀ ਜਿਹੜਾ ਸਿੱਖੀ ਦੇ ਨਾਲ ਸਾਨੂੰ ਜੋੜ ਕੇ ਰੱਖੇ, ਸਾਨੂੰ ਤੋੜਨ ਵਾਲਾ ਨਾ ਭੇਜੀ। ਸੱਚੇ ਪਾਤਸ਼ਾਹ ਮਹਾਰਾਜ ਇਹ ਕਿਰਪਾ ਕਰੀ, ਅਸੀਂ ਬੱਚੇ ਨੂੰ ਭਾਵੇਂ ਲੜਕੀ ਹੋਵੇ ਭਾਵੇਂ ਲੜਕਾ ਹੋਵੇ, ਅਸੀਂ ਉਹਨੂੰ ਡਾਕਟਰ ਬਣਾਈਏ, ਉਹਨੂੰ ਇੰਜੀਨੀਅਰ ਬਣਾਈਏ, ਉਹਨੂੰ ਫਿਲਾਸਫਰ ਬਣਾਈਏ, ਉਹਨੂੰ ਕਿਸੇ ਵੀ ਫੀਲਡ ਦੇ ਵਿੱਚ ਭੇਜੀਏ, ਪਰ ਇੱਕ ਕਿਰਪਾ ਕਰੀ ਸਤਿਗੁਰੂ ਮਹਾਰਾਜ ਉਹ ਕਦੀ ਸਿੱਖੀ ਤੋਂ ਦੂਰ ਨਾ ਹੋਵੇ। ਭਾਵਨਾ ਵਾਲੀ ਰੂਹ ਨੂੰ ਸਾਡੇ ਘਰ ਦੇ ਵਿੱਚ ਭੇਜਣਾ ਕਰੀ। ਗੁਰੂ ਇਤਿਹਾਸ ਦੇ ਵਿੱਚੋਂ ਸਾਨੂੰ ਜੀਵਨ ਜਾਚ ਪ੍ਰਾਪਤ ਹੁੰਦੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਾਦੀ ਜੀ ਸਤਿਕਾਰਯੋਗ ਮਾਤਾ ਨਾਨਕੀ ਜੀ, ਉਹਨਾਂ ਦੇ ਮਨ ਦੇ ਵਿੱਚ ਇਹ ਬਚਨ ਯਾਦ ਕਰਕੇ ਇਹ ਆਉਂਦਾ ਪਿਆ ਸੀ ਕਿ ਤੁਮਰੇ ਸੁਤ ਨਿਜ ਨੈਣਨ ਦੇਖੋ, ਕਿ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਦੇ ਵਿੱਚ ਸਪੁੱਤਰ ਨੇ ਜਨਮ ਲੈਣਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨ ਸਨ, ਤੇ ਮੈਂ ਆਪਣੇ ਪੋਤਰੇ ਨੂੰ ਆਪਣੀਆਂ ਹੁਣ ਅੱਖਾਂ ਦੇ ਨਾਲ ਦੇਖਾਂਗੀ। ਮੇਰੇ ਉਹ ਕੰਨਾਂ ਦੇ ਵਿੱਚ ਅੱਜ ਵੀ ਉਹ ਆਵਾਜ਼ ਗੂੰਜਦੀ ਪਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਦੇ ਸੀ ਕਿ ਨਾਨਕੀ ਤੇਰੇ ਘਰ ਦੇ ਵਿੱਚ ਮਹਾਬਲੀ ਯੋਧਾ ਪੋਤਰੇ ਦੇ ਰੂਪ ਦੇ ਵਿੱਚ ਆਏਗਾ, ਪ੍ਰਤਾਪੀ ਪੁਰਖ ਘਰ ਦੇ ਵਿੱਚ ਪ੍ਰਗਟ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਫਿਰ ਆਪ ਆਖਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਸ ਅਸਥਾਨ ਦੇ ਉੱਤੇ, ਇਸ ਜਗ੍ਹਾ ਦੇ ਉੱਪਰ, ਇਸ ਪ੍ਰਯਾਗ ਦੇ ਅਸਥਾਨ ਦੇ ਉੱਤੇ ਅਸੀਂ ਫਿਰ ਮਾਤਾ ਦੇ ਉਦਰ ਦੇ ਵਿੱਚ ਪ੍ਰਕਾਸ਼ ਹੋਇਆ ਸਾਡਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇੱਥੋਂ ਫਿਰ ਅੱਗੇ ਜਿਹੜਾ ਸੀ ਇਹਨੇ ਪਰਿਵਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਅਗਲੀ ਯਾਤਰਾ ਜਿਹੜੀ ਸੀ ਉਹ ਆਰੰਭ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਲਾਹਾਬਾਦ ਜਾਂਦੇ ਨੇ। ਇਲਾਹਾਬਾਦ ਤੋਂ ਮਹਾਰਾਜ ਮਿਰਜ਼ਾਪੁਰ ਗਏ। ਮਿਰਜ਼ਾਪੁਰ ਦੇ ਅਸਥਾਨ ਦੇ ਉੱਤੇ ਸਤਿਗੁਰੂ ਮਹਾਰਾਜ ਰਸਤੇ 'ਚ ਜਾਂਦੇ ਪਏ ਨੇ ਤੇ ਇੱਕ ਕੋਹੜੀ ਜਿਹੜਾ ਸੀ ਉਹ ਕੁਰਲਾਉਂਦਾ ਹੋਇਆ, ਕੋਹੜ ਦੇ ਰੋਗ ਦੇ ਨਾਲ ਤੜਫਦਾ ਹੋਇਆ, ਉਹਦੀ ਆਵਾਜ਼ ਸਤਿਗੁਰੂ ਮਹਾਰਾਜ ਜੀ ਦੇ ਕੰਨਾਂ ਵਿੱਚ ਪਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਕਾਫਲਾ ਰੋਕਿਆ। ਮਹਾਰਾਜ ਨੇ ਦੇਖਿਆ ਕੋਹੜੀ, ਤੇ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਸ਼ਬਦ ਵੀ ਉਚਾਰਨ ਕੀਤਾ। ਮਿਰਜ਼ਾਪੁਰ ਖਾਸ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਉੱਥੇ ਸੰਗਤ, ਉੱਥੇ ਬੜੀ ਭਾਵਨਾ ਵਾਲੇ ਪ੍ਰਸਿੱਧ ਸਿੱਖ ਹੋਏ ਨੇ। ਬਾਲ ਚੰਦ, ਹਰਕ੍ਰਿਸ਼ਨ, ਚਤਰਭੋਜ, ਲਾਲੂ ਇਤਿਆਦਿਕ ਵਰਗੇ ਜਿਹੜੇ ਸਿੱਖ ਸਨ, ਉਹ ਬੜੀ ਭਾਵਨਾ ਤੇ ਪੱਕੀ ਸੰਗਤ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਉੱਥੇ ਅਸਥਾਨ ਵੀ ਹੈ, ਗੁਰਦੁਆਰਾ ਗੁਰੂ ਕੀ ਸੰਗਤ। ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਜਿਹੜਾ ਸੀ ਉਸ ਕੋਹੜੀ ਦਾ ਉਧਾਰ ਕੀਤਾ। ਬਿਲਾਵਲ ਰਾਗ ਦੇ ਅੰਦਰ ਮਹਾਰਾਜ ਜੀ ਨੇ ਸ਼ਬਦ ਵੀ ਉਚਾਰਨ ਕੀਤਾ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹੀਂ ਚੁੱਕੇ, ਗੁਰ ਇਹ ਭੇਦ ਬਤਾਵੈ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੇ। ਜੇ ਹਿਰਦੇ ਵਿੱਚ ਨਾਮ ਨਹੀਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਜੀਵਨ ਦੁੱਖਾਂ ਦੇ ਨਾਲ ਭਰ ਜਾਂਦਾ ਹੈ। ਭਗਤ ਬਿਨਾ ਸਹਿਸਾ ਨਹੀਂ ਚੁੱਕੇ। ਨਾਮ ਤੋਂ ਬਿਨਾ ਜੇ ਕੋਈ ਸੋਚੇ ਕਿ ਅੰਦਰੋਂ ਭਰਮ ਮੁੱਕ ਸਕਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਬਿਲਕੁਲ ਨਹੀਂ। ਇਹ ਸਹਿਸਾ, ਇਹ ਭਰਮ ਨਾਮ ਤੋਂ ਬਗੈਰ, ਭਗਤੀ ਤੋਂ ਬਿਨਾ ਨਹੀਂ ਇਹ ਖਤਮ ਹੋਏਗਾ। ਤੇ ਇਹ ਸਮਝਾਉਂਦਾ ਕੌਣ ਹੈ? ਸਤਿਗੁਰੂ ਮਹਾਰਾਜ ਕਹਿੰਦੇ ਗੁਰ ਇਹ ਭੇਦ ਬਤਾਵੇ। ਗੁਰੂ ਇਹ ਭੇਦ ਦੱਸਦਾ ਹੈ, ਗੁਰੂ ਇਹ ਬਖਸ਼ਿਸ਼ ਕਰਦਾ ਹੈ, ਗੁਰੂ ਇਹ ਸਾਰੀ ਬਾਤ ਜਿਹੜੀ ਹੈ ਉਹ ਸਮਝਾ ਦਿੰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕਰਨ ਜੀ ਕਿ ਇਹ ਇਤਿਹਾਸ ਜਿਹੜਾ ਹੈ ਅਸੀਂ ਇਹਦੇ ਵਿੱਚੋਂ ਜੀਵਨ ਜਾਚ ਸਿੱਖ ਸਕੀਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਅਰਦਾਸ ਕਰੀਏ ਕਿ ਮਹਾਰਾਜ ਅਸੀਂ ਬਾਣੀ ਦੇ ਵਿੱਚ ਜਿਹੜੀ ਅਵਸਥਾ ਆਪ ਬਾਣੀ 'ਚ ਗੁਰਮੁਖਾਂ ਦੀ ਆਖੀ ਉਹ ਅਵਸਥਾ ਸਾਡੀ ਬਣ ਸਕੇ। ਇਤਿਹਾਸ ਦੇ ਵਿੱਚ ਜਿਹੜੀ ਅਵਸਥਾ ਅਸੀਂ ਪੜ੍ਹਦੇ ਹਾਂ ਗੁਰਸਿੱਖਾਂ ਦੀ, ਇਹ ਅਵਸਥਾ ਸਾਡੇ ਜੀਵਨ ਦੇ ਵਿੱਚ ਸਾਡੀ ਬਣ ਸਕੇ। ਅਰਦਾਸ ਜ਼ਰੂਰ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ,
ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ, ਪੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ